ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਉਮੀਦ ਕਰਦਾ ਕਿ ਤੁਹਾਡਾ ਜਿਹੜਾ ਸਮਾਂ ਹੈ ਕੈਨੇਡਾ ਨਿਵਾਸੀਆਂ ਦੇ ਲਈ ਸਰਦੀ ਦਾ ਸਮਾਂ, ਆਸਟ੍ਰੇਲੀਆ ਵਾਸਤੇ ਜਿਹੜੇ ਲੋਕ ਨੇ ਉਹਨਾਂ ਲਈ ਗਰਮੀ ਦਾ ਸਮਾਂ, ਭਾਰਤ ਦੇ ਵਿੱਚ ਜਿਹੜਾ ਹੈ ਬਸੰਤ ਰੁੱਤ ਦਾ ਸਮਾਂ, ਇਹ ਫਰਵਰੀ ਮਾਰਚ ਦਾ ਮਹੀਨਾ ਜਿਹੜਾ ਹੈ ਤੁਹਾਡੇ ਲਈ ਬੜਾ ਖੁਸ਼ਗਵਾਰ ਬੀਤ ਰਿਹਾ ਹੋਵੇਗਾ। ਸੋ ਇਸ ਸਾਲ ਦੇ ਵਿੱਚ ਹੁਣ ਤੱਕ 1.5 ਮਹੀਨਾ ਅਸੀਂ ਪੂਰਾ ਕਰ ਲਿਆ ਸਾਲ 2023 ਦਾ, ਅਤੇ ਵਿਸ਼ਵ ਭਰ ਦੇ ਵਿੱਚ ਅਸੀਂ ਜੇਕਰ ਝਾਤ ਮਾਰੀਏ ਤਾਂ ਇੱਕੋ ਇੱਕ ਮਸਲਾ ਜਿਹੜਾ ਹੈ ਜੀ ਉਹ ਸਾਰਿਆਂ ਦੀ ਜ਼ੁਬਾਨ ਦੇ ਉੱਤੇ ਹੈ, ਉਹ ਹੈ ਆਰਥਿਕਤਾ ਨੂੰ ਲੈ ਕੇ। ਹਰ ਇੱਕ ਦੇਸ਼ ਛੋਟਾ ਹੋਵੇ ਜਾਂ ਵੱਡਾ ਜਾਂ ਕਿਸੇ ਵੀ ਖਿੱਤੇ ਦਾ ਹੋਵੇ, ਉਹ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ, ਆਰਥਿਕਤਾ ਨੂੰ ਮੰਦਹਾਲੀ ਤੋਂ ਬਚਾਉਣ ਦੇ ਲਈ, ਇਉਂ ਕਹਿ ਲਓ ਕਿ ਮਹਿੰਗਾਈ ਨੂੰ ਰੋਕਣ ਦੇ ਲਈ ਅਤੇ ਆਪਣੇ ਲੋਕਾਂ ਤੱਕ ਵਧੀਆ ਜਿਹੜੀਆਂ ਉਹਨਾਂ ਨੂੰ ਸਹੂਲਤਾਂ, ਸੁੱਖ ਸਹੂਲਤਾਂ ਦੇਣ ਦੇ ਯਤਨਾਂ ਦੇ ਵਿੱਚ ਹੈ। ਪਰ ਕਹਿੰਦੇ ਨੇ ਕਿ ਜਿਹੜੀ ਆਰਥਿਕਤਾ ਹੈ ਜੀ ਅੱਜ ਦੇ ਦਿਨ ਉਹ ਸਾਰਾ ਇੱਕ ਗਲੋਬਲ ਪਿੰਡ ਧਰਤੀ ਬਣ ਗਈ ਹੈ, ਅਤੇ ਇੱਕ ਦੇਸ਼ ਦੀ ਆਰਥਿਕਤਾ ਦਾ ਉਹਦੇ ਗੁਆਂਢੀ, ਉਹਦੇ ਨੇੜਲੇ, ਉਹ ਤੋਂ ਦੂਰ ਵਾਲੇ ਜਿਹਦੇ ਨਾਲ ਉਹਦਾ ਵਪਾਰ ਕਾਰੋਬਾਰ ਹੋ ਰਿਹਾ, ਉਹਦੇ ਉੱਤੇ ਅਸਰ ਪੈਂਦਾ। ਅਤੇ ਅਜਿਹਾ ਹੀ ਕੁਝ ਅੱਜ ਦਾ ਵਿਸ਼ਾ ਜਿਹੜਾ ਹੈ ਜੀ ਸਾਡਾ ਹੋਏਗਾ ਕਿ ਅਜਿਹੇ ਜਦੋਂ ਹਾਲਾਤ ਬਣ ਰਹੇ ਹੋਣ ਜਾਂ ਸਾਨੂੰ ਲੱਗ ਰਿਹਾ ਹੋਵੇ ਕਿ ਅਜਿਹੇ ਹਾਲਾਤ ਬਣ ਗਏ ਨੇ, ਤਾਂ ਮਹਿੰਗਾਈ ਦੇ ਦੌਰ ਦੇ ਵਿੱਚ ਆਪਣੀ ਆਰਥਿਕਤਾ, ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਿਵੇਂ ਕਰਨੀ ਹੈ, ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ, ਅਤੇ ਨਾਲ ਦੀ ਨਾਲ ਕਿਹੜੇ ਉਹ ਵਸੀਲੇ, ਹੀਲੇ ਜਾਂ ਟੂਲਸ ਹਨ, ਜਾਂ ਕਿਹੜੀਆਂ ਉਹ ਥਾਵਾਂ ਹਨ ਜਿੱਥੋਂ ਤੁਸੀਂ ਜਿਹੜਾ ਹੈ ਜੀ ਆਪਣਾ ਪੈਸਾ ਧੇਲਾ ਜਿੱਥੋਂ ਕੱਢਣਾ ਹੈ ਅਤੇ ਨਵੀਂ ਜਗ੍ਹਾ ਪਾਉਣਾ ਹੈ ਜਿੱਥੋਂ ਤੁਹਾਨੂੰ ਬੱਚਤ ਹੋ ਸਕੇ। ਸੋ ਇਹ ਸਾਰੀ ਗੱਲਬਾਤ ਦੇਖੋ ਜੀ ਇੱਕ ਮਾਹਿਰ ਦੇ ਮੂੰਹੋਂ ਸੁਣੀਏ ਤਾਂ ਬਹੁਤ ਚੰਗਾ ਹੋਏਗਾ। ਔਰ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਕਰਵਾਉਂਦਿਆਂ ਰਾਜਪਾਲ ਬਰਾੜ ਜੀ ਹੋਰਾਂ ਨੂੰ, ਜਿਹੜੇ ਕਿ ਤੁਸੀਂ ਉਹਨਾਂ ਦੇ ਨਾਂ ਤੋਂ, ਉਹਨਾਂ ਦੇ ਕੰਮਕਾਰ ਤੋਂ ਭਲੀ ਭਾਂਤ ਵਾਕਿਫ ਹੋ। ਸੋ ਆਓ ਆਪਾਂ ਹੁਣ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਰਾੜ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਜੀ ਆਇਆਂ ਨੂੰ ਜੀ। ਨਾਗਰਾ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਅਤੇ ਸਾਲ ਦਾ ਪਹਿਲਾ ਪ੍ਰੋਗਰਾਮ ਆ ਜੀ, ਅਤੇ ਨਵਾਂ ਸਾਲ ਸਭ ਨੂੰ ਮੁਬਾਰਕ, ਪਰਮਾਤਮਾ ਚੜ੍ਹਦੀਆਂ ਕਲਾਂ ਬਖਸ਼ੇ ਸਭ ਨੂੰ ਜੀ। ਬਹੁਤ ਅੱਛੇ ਜੀ, ਤੁਸੀਂ ਨਵੇਂ ਸਾਲ ਦੀ ਜਿਹੜੀ ਆਗਾਜ਼ ਦੀ ਵੀ ਗੱਲ ਕਰ ਦਿੱਤੀ ਹੈ। ਔਰ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਤੁਹਾਡੇ ਵੱਲੋਂ ਜਿਹੜਾ ਹੁੰਗਾਰਾ ਜਿਹੜਾ ਜੀ ਉਹ ਇੰਨਾ ਸਾਨੂੰ ਕਈ ਵਾਰੀ ਤੁਸੀਂ ਮਜਬੂਰ ਕਰ ਦਿੰਦੇ ਹੋ ਕਿ ਵਿਸ਼ੇ ਵੀ ਤੁਸੀਂ ਸਾਨੂੰ ਦੱਸਦੇ ਹੋ, ਤਾਂ ਅਸੀਂ ਕਈ ਵਾਰੀ ਤੁਹਾਡੀਆਂ ਜਿਹੜੀਆਂ ਤੁਹਾਡੀਆਂ ਰਿਕੁਆਇਰਮੈਂਟਸ ਨੇ, ਫੀਡਬੈਕ, ਉਹਨੂੰ ਅਸੀਂ ਪੂਰਾ ਕਰਦੇ ਥੋੜ੍ਹਾ ਵਕਤ ਲੱਗ ਜਾਂਦਾ। ਸੋ ਮਹਿੰਗਾਈ ਦੇ ਬਾਰੇ, ਰੇਟ ਆਫ ਇੰਟਰਸਟ ਵੱਧ ਰਹੇ ਸੀ, ਔਰ ਬੜਾ ਕੁਛ ਹੋਇਆ ਪਿਛਲੇ ਦਿਨਾਂ ਦੇ ਦੌਰਾਨ। ਤੁਹਾਡਾ ਇਹ ਪ੍ਰੋਗਰਾਮ ਦੇ ਵਿੱਚ ਜੇ ਜਿਹੜੀ ਗੱਲਬਾਤ ਦੇ ਲਈ ਤੁਸੀਂ ਬਰਾੜ ਸਾਹਿਬ ਨੂੰ ਬੁਲਾਉਣ ਦੇ ਲਈ ਬੇਨਤੀ ਕੀਤੀ ਸੀ। ਸੋ ਬਰਾੜ ਸਾਹਿਬ, ਤੁਹਾਡਾ ਜਿਹੜਾ ਸਾਡਾ ਸੱਦਾ ਕਬੂਲ ਕਰਨ ਦੇ ਲਈ ਵੀ ਬਹੁਤ ਮਿਹਰਬਾਨੀ। ਅਤੇ ਆਪਾਂ ਸਿੱਧਾ ਮਹਿੰਗਾਈ ਵਾਲੇ ਪਾਸੇ ਆਉਂਦੇ ਜੀ। ਜਿਹੜੀ ਇਹ ਨਾਰਥ ਅਮਰੀਕਾ ਦੀ ਆਪਾਂ ਗੱਲ ਕਰੀਏ, ਔਰ ਖ਼ਾਸ ਤੌਰ 'ਤੇ ਆਪਾਂ ਕੈਨੇਡਾ ਦੇ ਵਿੱਚ ਹਾਂ, ਅਤੇ ਕਿਹੜੀ ਤੁਹਾਨੂੰ ਲੱਗਦਾ ਕਿ ਜਿਹੜੀ ਮਹਿੰਗਾਈ ਹੈ, ਕਿ ਪਹਿਲਾਂ ਤਾਂ ਦੱਸੋ ਵੀ ਮਹਿੰਗਾਈ ਕਿਹੜੀਆਂ ਚੀਜ਼ਾਂ ਦੇ ਉੱਤੇ ਆਮ ਬੰਦੇ ਨੂੰ ਪ੍ਰਭਾਵਿਤ ਕਰੇਗੀ, ਅਤੇ ਉਸ ਤੋਂ ਫਿਰ ਅੱਗੇ ਆਪਾਂ ਬਚਾਅ ਅਤੇ ਫਿਰ ਅੱਗੇ ਆਪਾਂ ਟੂਲ ਦੀ ਗੱਲ ਕਰਾਂਗੇ। ਬਿਲਕੁਲ ਨਾਗਰਾ ਸਾਹਿਬ, ਜਿਵੇਂ ਤੁਸੀਂ ਸਵਾਲ ਕੀਤਾ ਵੀ ਜਿਹੜੀ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ, ਸੋ ਗਵਰਨਮੈਂਟਸ ਦੇ ਕੋਲੇ ਦੋ ਟੂਲ ਹੁੰਦੇ ਆ ਜੀ। ਇੱਕ ਫਿਜ਼ੀਕਲ ਪਾਲਿਸੀ ਹੁੰਦੀ ਆ ਉਹਨਾਂ ਦੀ, ਇੱਕ ਹੁੰਦੀ ਮੋਨਿਟਰੀ ਪਾਲਿਸੀ। ਠੀਕ ਹੈ ਜੀ। ਮੋਨਿਟਰੀ ਪਾਲਿਸੀ ਆ ਜਿਹੜੀ ਉਹ ਬੈਂਕ ਆਫ ਕੈਨੇਡਾ ਘੜਦੀ ਆ, ਕੈਨੇਡਾ ਦੀ ਗੱਲ ਕਰਦੇ ਆ। ਅਤੇ ਫਿਜ਼ੀਕਲ ਪਾਲਿਸੀ ਹੁੰਦੀ ਆ ਗਵਰਨਮੈਂਟ ਦੀ, ਜਿਹਦੇ 'ਚ ਕਿ ਜਿਵੇਂ ਸਰਬ ਬੈਨੀਫਿਟਸ ਆਏ, ਲੋਕਾਂ ਕੋਲੇ ਜੋਬਾਂ ਹੈ ਨਹੀਂ, ਉਹਨਾਂ ਨੇ ਕਿਵੇਂ ਕ੍ਰੀਏਟ ਕਰਨੀਆਂ। ਸੋ ਰਿਸੈਸ਼ਨ ਦੇ ਵਿੱਚ ਤੁਸੀਂ ਆਮ ਅਕਸਰ ਦੇਖਿਆ ਹੋਣਾ ਵੀ ਜਿਹੜੇ ਬ੍ਰਿਜਸ ਆ, ਹਾਈਵੇਜ਼ ਆ, ਜਾਂ ਵੱਡੇ ਜਿਹੜੇ ਪ੍ਰੋਜੈਕਟ ਆ, ਉਹ ਗਵਰਨਮੈਂਟ ਸ਼ੁਰੂ ਕਰਦੀ ਆ ਤਾਂ ਕਿ ਲੋਕਾਂ ਨੂੰ ਜਿਹੜੀ ਜੋਬ ਕ੍ਰੀਏਟ ਕੀਤੀ ਜਾਵੇ। ਹੁਣ ਕਿ ਜਦੋਂ ਇਨਫਲੇਸ਼ਨ ਹੋ ਜਾਂਦੀ ਆ, ਦੈਟ ਮੀਨਸ ਕਿ ਜੋਬ ਹਰ ਬੰਦੇ ਕੋਲੇ ਹੈਗੀ ਆ ਜੀ, ਪਰ ਉਹ ਜੋਬ ਦੇ ਨਾਲ ਉਹਨਾਂ ਕੋਲੇ ਐਕਸਟਰਾ ਜਿਹੜਾ ਕੈਸ਼ ਫਲੋ ਆ ਜਾਂਦਾ, ਜਿਹਦੇ 'ਚ ਕਿ ਜੇ ਇੱਕ ਚੀਜ਼ ਦੇ ਲਈ ਕਈ ਜਿਹੜੇ ਹੈਗੇ ਆ ਲੋਕ ਖੜੇ ਆ ਉਹਨੂੰ ਲੈਣ ਦੇ ਵਾਸਤੇ, ਅਤੇ ਉਹਦੇ ਜਦੋਂ ਬੋਲੀ ਲੱਗਦੀ ਆ ਕਿਸੇ ਵੀ ਚੀਜ਼ ਦੀ, ਜਿਵੇਂ ਰੀਅਲ estate ਦੇ ਵਿੱਚ ਜੇ ਇੱਕ ਘਰ ਆ ਅਤੇ ਲੈਣ ਵਾਲੇ 10 ਨੇ, ਅਤੇ ਉਹਦੀ ਬੋਲੀ ਲੱਗੇਗੀ, ਅਤੇ ਉਹ ਜਿਹੜਾ ਹੈਗੀ ਆ ਉਹ ਚੀਜ਼ ਮਹਿੰਗੀ ਵਿਕੇਗੀ ਜਿਹੜੀ ਉਸ ਕੀਮਤ ਤੋਂ। ਤਾਂ ਜਿਹੜੀ ਇਨਫਲੇਸ਼ਨ ਆ ਉਹ ਬੇਸਿਕਲੀ ਇਹੀ ਆ ਕਿ ਤੁਹਾਡੀ ਜਿਹੜੀ ਪਰਚੇਜ਼ਿੰਗ ਪਾਵਰ ਆ, ਬੇਸਿਕਲੀ ਜਿਹੜਾ $1 ਆ, ਜਿਹੜਾ ਕਿ ਕੱਲ੍ਹ ਉਹ 2 ਚੀਜ਼ਾਂ ਖਰੀਦ ਰਿਹਾ ਸੀਗਾ, ਅੱਜ ਉਹ ਸਿਰਫ 1 ਖਰੀਦ ਰਿਹਾ। ਤਾਂ ਉਹ ਜਿਹੜੀ ਉਹਦੀ ਪਰਚੇਸਿੰਗ ਪਾਵਰ ਆ ਉਹ ਘਟ ਗਈ ਆ। ਜਦੋਂ ਇਹ ਚੀਜ਼ ਹੋਣ ਲੱਗ ਪਵੇ ਤਾਂ ਇਹਦਾ ਜਿਹੜਾ ਇੰਪੈਕਟ ਆ
ਆਮ ਬੰਦੇ ਤੇ ਹੀ ਪੈਣਾ ਸ਼ੁਰੂ ਹੋ ਜਾਂਦਾ, ਚਾਹੇ ਉਹ ਫੂਡ ਇਨਫਲੇਸ਼ਨ ਆ, ਅਸੀਂ ਜਿਹੜੀ ਗਰੋਸਰੀ ਕਰਦੇ ਆ, ਚਾਹੇ ਤੁਸੀਂ ਕਾਰਾਂ ਲੈਂਦੇ ਆ, ਰੋਜ਼ਮਰਾ ਦੀ ਜ਼ਿੰਦਗੀ 'ਚ ਇਹ ਚੀਜ਼ਾਂ, ਜਾਂ ਤੁਸੀਂ ਗੈਸ ਪਵਾਉਂਦੇ ਆ, ਜਾਂ ਤੁਸੀਂ ਘਰ ਲੈਂਦੇ ਆ, ਮੌਰਗੇਜ ਲੈਂਦੇ ਆ, ਲੋਨ ਲਿਆ ਹੋਇਆ, ਉਹਦਾ ਜਦੋਂ ਜਿਹੜੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਬੈਂਕ ਆਫ ਕੈਨੇਡਾ ਨੇ ਬੇਸਿਕਲੀ ਆਪਦੀ ਮੋਨਿਟਰੀ ਪਾਲਿਸੀ ਨੂੰ ਇੰਪਲੀਮੈਂਟ ਕੀਤਾ, ਉਹਦੇ 'ਚ ਕੀ ਕਰਦੇ ਆ ਕਿ ਜਿਹੜਾ ਵਿਆਜ ਦਰ ਆ ਉਹਨੂੰ ਵਧਾਉਣਾ ਸ਼ੁਰੂ ਕਰ ਦਿੰਦੇ ਆ, ਤਾਂ ਕਿ ਜਿਹੜਾ ਐਕਸਟਰਾ ਪੈਸਾ ਲੋਕ ਲੈ ਕੇ ਉਹ ਮਾਰਕੀਟ ਦੇ ਵਿੱਚ ਸਿੱਟ ਰਹੇ ਆ ਜਾਂ ਚੀਜ਼ਾਂ ਖਰੀਦ ਰਹੇ ਆ, ਉਹਦੀ ਰੋਕਥਾਮ ਕੀਤੀ ਜਾਵੇ। ਤੇ ਉਹਦਾ ਡਾਇਰੈਕਟਲੀ ਇੰਪੈਕਟ ਇਹ ਹੁੰਦਾ ਵੀ ਜਿਹੜੀ ਇਕਨੋਮੀ ਚੱਲਦੀ ਆ, ਜਾਂ ਉਹਨੂੰ GDP ਕਹਿ ਦਿੰਦੇ ਆ, ਗ੍ਰੋਸ ਡੋਮੈਸਟਿਕ ਪ੍ਰੋਡਕਟ ਆ ਜਿਹੜਾ, ਉਹਨੂੰ ਠੱਲ ਪਾਉਣ ਵਾਸਤੇ, ਇਕਨੋਮੀ ਨੂੰ ਡਾਊਨ ਕਰਨ ਵਾਸਤੇ ਪਰਪਸਲੀ ਇਹ ਜਿਹੜੀਆਂ ਪਾਲਿਸੀਜ਼ ਘੜੀਆਂ ਜਾਂਦੀਆਂ, ਤੇ ਉਹਦੇ ਵਿੱਚ ਜਿਹੜਾ ਕੀ ਹੈ ਕਿ ਆਮ ਬੰਦਾ ਵੀ ਇਹਦੀ ਲਪੇਟ ਦੇ ਵਿੱਚ ਆ ਜਾਂਦਾ। ਸਭ ਤੋਂ ਪਹਿਲਾਂ ਉਹੀ ਆਉਂਦਾ ਜੀ, ਜਿਵੇਂ ਕਿਹਾ ਜਾਵੇ। ਬਿਲਕੁਲ, ਜਿਹੜੀ ਕਿ ਹੁਣ ਸਿਚੁਏਸ਼ਨ ਜਿਹੜੀ ਹੋਈ ਪਈ ਆ, ਤਾਂ ਪਹਿਲਾਂ ਤਾਂ ਇਹ ਸੀ ਵੀ ਜਿਹੜੀ ਇਨਫਲੇਸ਼ਨ ਆ ਉਹ ਕੀ ਕਰਦੀ ਆ ਕਿ ਜਿਹੜਾ ਪੈਸਾ ਤੁਸੀਂ ਕਮਾ ਰਹੇ ਹੋ ਉਹ ਹਰ ਚੀਜ਼ ਜਿਹੜੀ ਮਹਿੰਗੀ ਹੋ ਜਾਂਦੀ ਆ, ਤੇ ਐਂਡ ਆਫ ਦਾ ਡੇ ਪੂਰਾ ਨਹੀਂ ਹੁੰਦਾ, ਜਾਂ ਤੁਹਾਡੀ ਜਿਹੜੀ ਸੇਵਿੰਗ ਹੋ ਰਹੀ ਸੀ ਉਹ ਬੰਦ ਹੋ ਜਾਂਦੀ ਹੈ। ਲਓ ਜੀ, ਇਹ ਤੇ ਬੜੀ ਵਿਸਤਾਰ ਦੇ ਨਾਲ ਤੁਸੀਂ ਜਾਣਕਾਰੀ ਜਿਹੜੀ ਹੈ ਮਹਿੰਗਾਈ, ਇਨਫਲੇਸ਼ਨ, ਮਹਿੰਗਾਈ ਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ, ਸੋ ਉਹਦੇ ਬਾਰੇ ਅਸੀਂ ਦੱਸ ਦਿੱਤਾ। ਔਰ ਬੈਲੈਂਸ ਕਰਨ ਦੇ ਲਈ ਫਿਸਕਲ ਤੇ ਮੋਨਿਟਰੀ ਪਾਲਿਸੀਜ਼, ਇਹ ਬੜੀਆਂ ਅੱਜ ਦੇ ਦਿਨ ਮੇਰੇ ਖਿਆਲ ਮੌਜੂਦਾ ਸਮਿਆਂ ਦੇ ਵਿੱਚ ਬਹੁਤ ਸਾਰੇ, ਤੁਸੀਂ ਸਾਰੇ ਪੜ੍ਹੇ ਲਿਖੇ ਵੀ ਹੋ, ਇਹਨਾਂ ਨੂੰ ਸਟੱਡੀ ਵੀ ਕਰਨਾ ਚਾਹੀਦਾ, ਤੇ ਇਹਨਾਂ ਨੂੰ ਮਾਹਿਰਾਂ ਦੇ ਕੋਲੋਂ ਵੀ ਤੁਸੀਂ ਜਾਣਕਾਰੀਆਂ ਹੋਰ ਲੈ ਸਕਦੇ ਹੋ ਕਿ ਜੇਕਰ ਤੁਸੀਂ ਇੱਕ ਐਕਸ ਅਮਾਊਂਟ, ਤੁਹਾਡੀ ਦੇਖੋ ਜਿਹੜੀ ਤੁਹਾਡੀ ਇਨਕਮ ਹੈ ਬਰਾੜ ਸਾਹਿਬ, ਉਹ ਤਾਂ ਉਨੀ ਦੀ ਉਨੀ ਰਹੀ ਹੈ ਜੀ, ਬਿਲਕੁਲ, ਹੈ ਨਾ ਜੀ। ਚਲੋ ਕਿਸੇ ਦੀ ਉਹ ਜਿਹੜੇ ਰੇਜ਼ ਹੁੰਦਾ ਉਹ ਉਸ ਦਰ ਦੇ ਨਾਲ ਰੇਜ਼ ਨਹੀਂ ਹੁੰਦਾ ਜਿਸ ਹਿਸਾਬ ਨਾਲ ਤੁਹਾਡੀ ਮਹਿੰਗਾਈ ਦੀ ਦਰ ਵੱਧ ਜਾਂਦੀ ਹੈ। ਬਿਲਕੁਲ। ਔਰ ਪਿਛਲੇ ਸਮਿਆਂ ਦੇ ਦੌਰਾਨ ਔਰ ਕੋਵਿਡ ਤੋਂ ਬਾਅਦ ਦਾ ਜਿਹੜਾ ਸਮਾਂ ਹੈ, ਜਿਹਨੂੰ ਰਿਕਵਰੀ ਦਾ ਟਾਈਮ ਆਪਾਂ ਕਹਿ ਰਹੇ ਸੀ, ਉਹ ਸਿਰਫ ਸਾਲ ਖੰਡ ਹੀ ਮੈਂ ਕਹਾਂਗਾ ਕਿ ਉਹ ਠੀਕ ਠਾਕ ਚੱਲਿਆ, ਤੇ ਉਸ ਤੋਂ ਬਾਅਦ ਅੱਜ ਅਸੀਂ ਫਿਰ ਇੱਕ ਐਸੇ ਦੌਰ ਦੇ ਵਿੱਚ ਹਾਂ ਜਿਹਦੇ 'ਚ ਅਸੀਂ ਸਾਨੂੰ ਰਿਸੈਸ਼ਨ ਵਰਗਾ ਆਰਥਿਕ ਮੰਦਹਾਲੀ ਦੀ ਸਾਨੂੰ ਫਿਕਰ ਜਿਹੜਾ ਜੀ ਹੈਗਾ। ਪਰ ਜਦੋਂ ਅਜਿਹਾ ਕੋਈ ਦੌਰ ਆਉਂਦਾ ਜੀ, ਤਾਂ ਉਹ ਕਹਿੰਦੇ ਨੇ ਕਿ ਜਦੋਂ ਟਾਈਮ ਜਿਹੜਾ ਹੈ ਨਾ ਜੀ ਤੁਹਾਨੂੰ ਟੈਸਟ ਕਰਦਾ ਹੈ, ਤਾਂ ਉਸ ਵਕਤ ਥੋੜਾ ਜਿਹਾ ਸਿਆਣਪ ਨਾਲ ਔਰ ਥੋੜਾ ਜਿਹਾ ਪ੍ਰਿਪੇਅਰ ਹੋ ਕੇ ਔਰ ਜਿਹੜੇ ਤੁਹਾਡੇ ਮਾਹਰ ਨੇ ਜੀ, ਉਹਨਾਂ ਤੋਂ ਆਪਾਂ ਸਲਾਹ ਲੈ ਲੈਣੀ ਜਿਹੜੀ ਚਾਹੀਦੀ ਹੈ। ਸਾਨੂੰ ਕੋਈ ਉਹਦੇ 'ਚ ਸ਼ਰਮਾਉਣ ਵਾਲੀ, ਸੰਗਣ ਵਾਲੀ ਗੱਲ ਨਹੀਂ। ਜੇਕਰ ਅੱਜ ਕੋਈ ਇੱਕ ਪਰਿਵਾਰ ਦੇ ਵਿੱਚ ਲੈਟਸ ਸੇ ਇੱਕ ਐਕਸ ਅਮਾਊਂਟ ਆਫ ਮਨੀ ਆ ਰਹੀ ਸੀ, ਤੇ ਉਹ ਸੇਵਿੰਗ ਦੀ ਤੁਸੀਂ ਗੱਲ ਕੀਤੀ, ਉਹ ਸੇਵਿੰਗ ਨਹੀਂ ਹੋ ਪਾ ਰਹੀ, ਤਾਂ ਜਿੱਥੇ ਤੁਹਾਡੀਆਂ ਇਨਵੈਸਟਮੈਂਟਾਂ ਕੀਤੀਆਂ ਨੇ ਜਾਂ ਜਿੱਥੇ ਤੁਹਾਡੇ ਪੈਸੇ ਪਏ ਨੇ, ਉਹਨਾਂ ਨੂੰ ਆਪਾਂ ਕਿਵੇਂ ਉਹਨਾਂ ਨੂੰ ਸ਼ਫਲ ਕਰਕੇ, ਉਹਨਾਂ ਨੂੰ ਕਿਵੇਂ ਆਪਾਂ ਐਡਜਸਟ ਕਰਕੇ ਆਪਣੀ ਜਿਹੜੀ ਹੈ ਰਿਸੈਸ਼ਨ ਪ੍ਰੂਫ ਤੁਸੀਂ ਬਣ ਸਕਦੇ ਹੋ। ਵੈਸੇ ਹਰ ਇੱਕ ਜਿਹੜਾ ਦੌਰ ਹੁੰਦਾ ਜੀ, ਉਹ ਅਪਰਚੁਨਿਟੀਜ਼ ਵੀ ਲੈ ਕੇ ਆਉਂਦਾ ਕਈਆਂ ਦੇ ਵਾਸਤੇ, ਔਰ ਕਈਆਂ ਨੂੰ ਕਈ ਵਾਰੀ ਉਹ ਉਹਦਾ ਹਊਆ ਵੀ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਉਹਦੇ ਵਿੱਚ ਬਹੁਤ ਸਾਰਾ ਜਿਹੜਾ ਰੋਲ ਹੈ ਜੀ, ਅਸੀਂ ਮੈਂ ਕਹਾਂਗਾ ਕਿ ਮੀਡੀਆ ਦਾ ਵੀ ਹੋ ਜਾਂਦਾ ਕਈ ਵਾਰੀ, ਕਿਉਂਕਿ ਮੀਡੀਆ ਦਾ ਇਹ ਕੰਮ ਹੈ ਕਿ ਉਹਨੇ ਆਈਨਾ ਜਿਹੜਾ ਦਿਖਾਉਣਾ ਹੀ ਹੁੰਦਾ ਹੈ। ਜੇ ਸਾਨੂੰ ਇਹ ਕਹੀਏ ਕਿ ਬਾਹਰ ਕਿਤੇ ਅੱਗ ਲੱਗੀ ਹੋਈ ਹੈ, ਤੇ ਅਸੀਂ ਇਹ ਕਹੀਏ ਵੀ ਨਹੀਂ ਜੀ ਉੱਥੇ ਅੱਗ ਨਹੀਂ, ਉੱਥੇ ਤਾਂ ਜੀ ਬਸੰਤਰ ਹੈ, ਉੱਥੇ ਤਾਂ ਬਸੰਤ ਮਨਾਇਆ ਜਾ ਰਿਹਾ, ਉਹ ਗਲਤ ਹੋ ਜਾਏਗਾ। ਜੋ ਹੋ ਰਿਹਾ ਉਹਦਾ ਦੱਸਣਾ, ਪਰ ਇਹ ਹੈ ਕਿ ਅਸੀਂ ਉਹਨੂੰ ਕਿਵੇਂ ਲੈਂਦੇ, ਇਹ ਸਮਝਣ ਦੀ ਲੋੜ ਹੈ। ਇਨਫਲੇਸ਼ਨ ਦੇ ਦੌਰਾਨ ਆਮ ਇੱਕ ਆਪਾਂ ਰੈਗੂਲਰ ਜਿਹੜੇ ਸਾਡੇ ਪਰਿਵਾਰ ਨੇ, ਚਾਹੇ ਉਹ ਸਮਾਲ ਬਿਜ਼ਨਸਮੈਨ ਹੈ ਜਾਂ ਇੱਕ ਆਮ ਘਰੇਲੂ ਜਿਵੇਂ ਕੋਈ ਜੌਬਾਂ ਕਰਨ ਵਾਲਾ ਪਰਿਵਾਰ ਹੈ, ਉਹਨਾਂ ਨੂੰ ਕਿਹੜੀਆਂ ਐਸੀਆਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਤਾਂ ਕਿ ਉਹਨਾਂ ਨੂੰ ਉਹ ਸੇਕ ਨਾ ਲੱਗੇ ਮਹਿੰਗਾਈ ਦਾ? ਜੀ ਬਿਲਕੁਲ ਨਾਗਰ ਸਾਹਿਬ, ਬਹੁਤ ਅੱਛਾ ਸਵਾਲ ਆ, ਕਿਉਂਕਿ ਜਦੋਂ ਇਨਫਲੇਸ਼ਨ ਹੁੰਦੀ ਆ, ਗਵਰਨਮੈਂਟ ਇਹ ਕਰਦੀ ਆ ਕਿ ਜੇ ਇਨਫਲੇਸ਼ਨ ਦੀ ਠੱਲ ਨਹੀਂ ਪੈਂਦੀ ਤਾਂ ਕੀ ਹੁੰਦਾ ਕਿ ਜਿਹੜੇ ਇੰਪਲੋਇਰਸ ਹੈ, ਜਿੱਥੇ ਤੁਸੀਂ ਕੰਮ ਕਰਦੇ ਆ, ਉਹਨਾਂ ਨੂੰ ਤੁਹਾਡੇ ਜਿਹੜੀ ਪੇ ਰੇਟ ਆ ਉਹ ਵਧਾਉਣਾ ਹੀ ਪੈਂਦਾ। ਤੇ ਇਹ ਜਿਹੜਾ ਹੈਗਾ ਵੀ ਗਵਰਨਮੈਂਟ ਪਹਿਲਾਂ ਸੋਚਦੀ ਸੀ ਵੀ ਟ੍ਰਾਂਜ਼ਿਟਰੀ ਆ, ਵੀ ਇਹ ਆਪਦੇ ਆਪ ਜਿਹੜਾ ਸਪਲਾਈ ਚੇਨ ਦੇ ਵਿੱਚ ਫਰਕ ਪਿਆ ਥੋੜਾ, ਉਹ ਵੀ ਹੈਗਾ, ਕਿਉਂਕਿ ਕੋਵਿਡ ਦੇ ਟਾਈਮ ਜਦੋਂ ਹਰ ਚੀਜ਼ ਬੰਦ ਹੋ ਜਾਵੇ ਤੇ ਆਮ ਲੋਕਾਂ ਨੇ ਜਿਹੜੀਆਂ ਚੀਜ਼ਾਂ ਉਹ ਤਾਂ ਵਰਤਣੀਆਂ ਹੈਗੀਆਂ, ਉਹ 100% ਨਹੀਂ ਸਾਡੀ ਕੰਜ਼ੰਪਸ਼ਨ ਸਟਾਪ ਹੁੰਦੀ, ਤਾਂ ਗਵਰਨਮੈਂਟ ਇਹਨੂੰ ਵਾਚ ਕਰ ਰਹੀ ਸੀ ਵੀ ਇਹ ਟ੍ਰਾਂਜ਼ਿਟਰੀ ਆ, ਵੀ ਆਪਦੇ ਆਪ ਜਦੋਂ ਇਹ ਫੈਕਟਰੀਜ਼ ਖੁੱਲ ਜਾਣਗੀਆਂ, ਸਪਲਾਈ ਚੇਨ ਨਾਰਮਲ ਹੋ ਗਈ, ਪਰ ਇਹਨੂੰ ਟਾਈਮ ਲੱਗ ਗਿਆ। ਤੇ ਉਹਦੇ ਨਾਲ ਵੀ ਹੈ, ਪਰ ਇਹਨੂੰ ਠੱਲ ਪਾਉਣਾ ਜ਼ਰੂਰੀ ਇਉਂ ਹੁੰਦਾ ਜੀ, ਕਿਉਂਕਿ ਜੇ ਇਹ ਇਨਫਲੇਸ਼ਨ ਨਹੀਂ ਹਟਦੀ ਤਾਂ ਉਹਦੇ ਵਿੱਚ ਵੇਜ ਇਨਫਲੇਸ਼ਨ ਕ੍ਰੀਏਟ ਹੋ ਜਾਂਦੀ ਆ। ਕਿ ਜੇ ਨਾਰਮਲ ਰੇਟ ਹੁਣ ਮੰਨ ਲਓ ਵੀ ਪੌਣੇ $16 ਜਾਂ $16 ਹੈਗੇ ਆ ਮਿਨੀਮਮ ਵੇਜ, ਅਗਰ ਇਹ ਇਨਫਲੇਸ਼ਨ ਨਹੀਂ ਹੁੰਦੀ ਤਾਂ ਉਹਨ ਇੰਪਲੋਇਰਸ ਦੇ ਲਈ ਜ਼ਰੂਰੀ ਆ ਕਿ ਉਹਨੂੰ $18 ਜਾਂ $20
ਵਧਾ ਦਿੱਤੇ ਜਾਵੇ। ਪਰ ਯੂਜੂਲੀ ਕੀ ਹੁੰਦਾ ਵੀ ਜਦੋਂ ਵੇਜ ਇਨਫਲੇਸ਼ਨ ਇੱਕ ਵਾਰੀ ਆ ਜਾਵੇ ਉਹ ਪਿੱਛੇ ਨਹੀਂ ਜਾਂਦੀ, ਤਾਂ ਗਵਰਨਮੈਂਟ ਇਹਨੂੰ ਹੀ ਟਰਾਈ ਕਰ ਰਹੀ ਹੈ ਵੀ ਜੇ ਇਨਫਲੇਸ਼ਨ ਨੂੰ ਕੰਟਰੋਲ ਕਰ ਲਿਆ ਜਾਏ ਤਾਂ ਇਹ ਜਿਹੜੀ ਵੇਜ ਇਨਫਲੇਸ਼ਨ ਆ ਉਹ ਪਰਮਾਨੈਂਟ ਬਣ ਜਾਵੇ, ਇੰਪਲੋਇਰ ਦੇ ਉੱਤੇ ਨਾ ਬੋਝ ਪਵੇ। ਬਿਲਕੁਲ, ਅਗਰ ਇਹ ਪਰਮਾਨੈਂਟ ਬਣ ਜਾਂਦੀ ਆ ਤਾਂ ਫਿਰ ਉਹ ਜਿਹੜੀ ਮਹਿੰਗਾਈ ਦਰ ਆ ਉਹਨੂੰ ਥੱਲੇ ਨਹੀਂ ਲਾ ਸਕਦੇ, ਉਹ ਪਰਮਾਨੈਂਟ ਬਣ ਜਾਂਦੀ ਆ। ਦੂਸਰੀ ਚੀਜ਼, ਟੂਲ ਸਾਨੂੰ ਕੀ ਵਰਤਣੇ ਚਾਹੀਦੇ ਆ ਜੀ, ਵੀ ਅਨਪ੍ਰੈਜ਼ੀਡੈਂਟਡ ਟਾਈਮ ਆਪਾਂ ਕਿੰਨੇ ਅੱਗੇ ਵੀ ਇਹ ਜਿਹੜੀਆਂ ਗੱਲਾਂ ਕੀਤੀਆਂ ਵੀ ਕੋਈ ਅਚਾਨਕ ਚੀਜ਼ਾਂ ਜਿਹੜੀਆਂ ਹੋ ਜਾਣ, ਚਾਹੇ ਉਹ ਨੈਚੁਰਲ ਕਲਾਮਿਟੀਜ਼ ਹੋ ਜਾਣ, ਚਾਹੇ ਉਹ ਇਹ ਵਾਇਰਸ ਆ ਜਾਵੇ, ਚਾਹੇ ਵਾਰ ਲੱਗ ਜਾਵੇ, ਚਾਹੇ ਇਸ ਤਰ੍ਹਾਂ ਦੀ ਇਨਫਲੇਸ਼ਨ ਦਾ ਹੋਏ, ਸਾਨੂੰ ਪ੍ਰਪੇਅਰ ਹੋਣਾ ਚਾਹੀਦਾ। ਅਰਥਕੁਏਕ ਦਾ ਕਿੰਨਾ ਵੱਡਾ ਹੁਣ ਐਗਜ਼ਾਮਪਲ ਹੈਗਾ। ਬਿਲਕੁਲ, ਟਰਕੀ ਦੇ ਵਿੱਚ ਤੁਸੀਂ ਦੇਖ ਲਓ, ਸੀਰੀਆ ਦੇ ਵਿੱਚ ਦੇਖ ਲਓ, ਚੀਜ਼ਾਂ ਹੈਗੀਆਂ ਓਕੇ ਟਾਈਮ ਟੈਸਟਡ ਇਹ ਚੀਜ਼ਾਂ ਹੈਗੀਆਂ ਵੀ ਤੁਸੀਂ ਜੇ ਪ੍ਰਪੇਅਰ ਹੋ। ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਸਾਡਾ ਇਹੀ ਟੂਲ ਹੁੰਦਾ ਕਿ ਪੇ ਯੂਅਰਸੈਲਫ ਫਰਸਟ। ਬਹੁਤ ਅੱਛੀ ਗੱਲ। ਬਿਲਕੁਲ, ਅਗਰ ਤੁਸੀਂ ਇਸ ਪ੍ਰਿੰਸੀਪਲ ਨੂੰ ਅਡਾਪਟ ਕਰਦੇ ਆ, ਇਹਨੂੰ ਰੈਗੂਲਰਲੀ ਤੌਰ ਤੇ ਉਹਨੂੰ ਇੰਪਲੀਮੈਂਟ ਕਰਕੇ ਉਹਦੇ ਤੇ ਸਟਿਕ ਰਹਿੰਦੇ ਆ, ਤੁਸੀਂ ਇਹਨਾਂ ਸਿਚੁਏਸ਼ਨਸ ਨੂੰ ਫੇਸ ਕਰ ਸਕਦੇ ਆ। ਸੋ ਪਹਿਲੀ ਤਾਂ ਗੱਲ, ਜਦੋਂ ਵੀ ਤੁਹਾਨੂੰ ਪੇ ਚੈੱਕ ਆਉਂਦਾ ਤਾਂ ਤੁਹਾਨੂੰ ਆਪਦੇ ਵਾਸਤੇ ਐਟਲੀਸਟ 10% ਉਹਦੇ ਚ ਸੇਵ ਕਰਨਾ ਚਾਹੀਦਾ। ਲਓ ਜੀ, ਇਹ ਜਿਹੜੀ ਇੱਕ ਨੁਕਤਾ ਬਹੁਤ ਕੰਮ ਦੀ ਗੱਲ ਜਿਹੜੀ ਹੈ ਜੀ ਬਰਾੜ ਸਾਹਿਬ ਤੁਸੀਂ ਦੱਸ ਦਿੱਤੀ ਹੈ ਕਿ ਜੇ ਤੁਸੀਂ ਰੋਜ਼ ਦੇ 200 500 400 ਜਾਂ $100 ਬਣਾਉਂਦੇ ਹੋ ਤਾਂ ਸਮਝ ਲਓ ਕਿ $10 ਜਿਹੜੇ ਹਨ ਜੀ, ਜਿਹਨੂੰ ਆਪਾਂ ਸਿੱਖ ਜਿਹੜੇ ਹਨ ਜੀ, ਸਿੱਖਾਂ ਦੇ ਵਿੱਚ ਦਸਵੰਧ ਕੱਢਣ ਦੀ ਗੱਲ ਜਿਹੜੀ ਹੈਗੀ ਹੈ, ਤਾਂ ਆਪਣੇ ਆਪ ਨੂੰ ਪੇ ਕਰਨਾ ਜਿਹੜਾ ਜੀ ਉਹ ਬਹੁਤ ਜ਼ਰੂਰੀ ਹੈ, ਤਾਂ ਕਿ ਉਹ ਅੱਗੇ ਚੱਲ ਕੇ ਉਹ 10% ਤੁਹਾਡਾ ਕੀ ਕਰੇਗਾ। ਇਹ ਆਪਾਂ ਇੱਕ ਬ੍ਰੇਕ ਤੋਂ ਬਾਅਦ ਅਤੇ ਬਾਕੀ ਦੇ ਜਿਹੜੇ ਨੁਕਤੇ ਹਨ ਜੀ ਉਹ ਵੀ ਬਰਾੜ ਸਾਹਿਬ ਤੋਂ ਲੈਣੇ ਆ, ਤੇ ਤੁਸੀਂ ਕਿਤੇ ਜਾਇਓ ਨਾ, ਵੇਖਦੇ ਰਹੋ ਹੈਲੋ ਕੈਨੇਡਾ ਔਨ ਪੰਜਾਬ ਸਟਾਰ TV। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪ ਜੀ ਦਾ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ 'ਚ ਅਸੀਂ ਬਹੁਤ ਹੀ ਕੀਮਤੀ ਗੱਲਾਂ ਕਰ ਰਹੇ ਹਾਂ ਰਾਜਪਾਲ ਬਰਾੜ ਹੋਰਾਂ ਦੇ ਨਾਲ, ਜਿਹੜੇ ਕਿ ਤੁਹਾਡੇ ਲਈ ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈ, ਤੁਹਾਡੇ ਪੈਸਾ ਧੇਲਾ ਜਿਹੜਾ ਤੁਹਾਡਾ ਕਿਤੇ ਇਨਵੈਸਟਡ ਹੈ, ਜਾਂ ਤੁਸੀਂ ਕਿੱਥੇ ਕਿਹੜੀ ਜਗ੍ਹਾ ਕਿਵੇਂ ਜਿਹੜਾ ਪੈਸੇ ਨੂੰ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਕੇ ਆਪਣੀ ਜਿਹੜੀ ਹੈ ਜ਼ਿੰਦਗੀ ਨੂੰ ਸੁਖਾਲਾ ਕਰ ਸਕਦੇ ਹੋ। ਗੱਲ ਮਹਿੰਗਾਈ ਗੱਲ ਜਿਹੜੀ ਹੋ ਰਹੀ ਹੈ ਉਹ ਨਾਲ ਦੀ ਨਾਲ ਆਰਥਿਕ ਮੰਦਹਾਲੀ ਰਿਸੈਸ਼ਨ ਦੀ ਵੀ ਹੋ ਰਹੀ ਹੈ, ਤੇ ਨਾਲ ਦੀ ਨਾਲ ਗੱਲ ਇਸ ਦੇ ਵਿੱਚੋਂ ਕਿਵੇਂ ਆਰਾਮ ਦੇ ਨਾਲ ਅੱਗੇ ਵਧਣ ਦੀ ਔਰ ਆਪਣੀ ਜ਼ਿੰਦਗੀ ਨੂੰ ਬਹੁਤਾ ਪ੍ਰਭਾਵਿਤ ਹੋਏ ਬਿਨਾਂ ਕਿਵੇਂ ਅਸੀਂ ਆਪਣਾ ਜਿਹੜਾ ਹੈ ਇਸ ਮੰਦਹਾਲੀ ਦੇ ਦੌਰ ਨੂੰ ਪਾਰ ਕਰ ਸਕਦੇ ਹਾਂ, ਉਹਦੀ ਗੱਲ ਹੋ ਰਹੀ ਹੈ। ਸੋ ਬਰਾੜ ਸਾਹਿਬ ਇੱਕ ਵਾਰੀ ਫਿਰ ਨਿੱਘਾ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਉਹ ਗੱਲ ਚੱਲਦੀ ਹੈ ਜੀ, ਕਈ ਵਾਰੀ ਕਹਿੰਦੇ ਨੇ ਕਿ 100 ਹੱਥ ਰੱਸਾ ਸਿਰੇ ਤੇ ਗੰਢ, ਤਾਂ ਇੱਕ ਗੰਢ ਤੁਸੀਂ ਮਾਰ ਦਿੱਤੀ ਹੈ ਜੀ ਕਿ ਬਈ ਇੱਕ ਟੂਲ ਤੇ ਇਹ ਜਿਹੜਾ ਤੁਸੀਂ ਹੁਣੇ ਬ੍ਰੇਕ ਤੋਂ ਪਹਿਲਾਂ ਦੱਸ ਕੇ ਹਟੇ, ਠੀਕ ਹੈ ਨਾ ਜੀ, ਆਪਣੇ ਆਪ ਨੂੰ ਪੇ ਕਰਨਾ ਸਿੱਖੋ। ਮੈਂ ਇਸ ਤੋਂ ਇੱਕ ਸਟੈਪ ਹੋਰ ਇੱਕ ਮਤਲਬ ਕੰਪਲੀਮੈਂਟਰੀ ਇਹਦੇ ਨਾਲ ਹੀ ਸਟੇਟਮੈਂਟ ਇਹ ਦਿੰਦਾ, ਨਾਟ ਓਨਲੀ ਆਪਣੇ ਆਪ ਨੂੰ ਤੁਸੀਂ ਕੰਪਨਸੇਟ ਕਰਨਾ ਜਾਂ ਆਪਣੇ ਆਪ ਨੂੰ ਪੇ ਯੋਰਸੈਲਫ ਫਰਸਟ, ਆਪਣੇ ਆਪ ਨੂੰ ਟਰੀਟ ਦੇਣਾ ਵੀ ਸਿੱਖੋ ਜੀ। ਟਰੀਟ ਯੋਰਸੈਲਫ ਦ ਬੈਸਟ ਵੇ। ਜਿਵੇਂ ਕਹਿੰਦੇ ਨਾ ਕਿ ਬਿਹਤਰ ਖਾਓ ਬਿਹਤਰ ਪਹਿਨੋ, ਉਹ ਪੰਜਾਬੀ ਦੀ ਕਹਾਵਤ ਹੈ, ਰੱਜ ਕੇ ਖਾ ਰੱਜ ਕੇ ਵਾਹ ਤੇ ਰੱਜ ਕੇ ਖਾ ਜੀ। ਸੋ ਬਹੁਤ ਰੱਜ ਕੇ ਮਿਹਨਤਾਂ ਕਰਦੇ ਹੋ ਤੁਸੀਂ ਟਰੱਕਿੰਗ ਦੇ ਵਿੱਚ, ਮਤਲਬ ਲੌਂਗ ਹਾਲ ਚੱਲਦੇ ਹੋ, ਇੱਥੇ ਵੀ ਅਸੀਂ 2-2 3-3 ਸ਼ਿਫਟਾਂ ਜਿਹੜੀਆਂ ਉਹ ਕਰਦੇ ਹਾਂ, ਤੇ ਹੋਰ ਵੀ ਆਪਾਂ ਵੇਖਦੇ ਹਾਂ ਕਿੰਨੀ ਮਿਹਨਤ ਨਾਲ ਕਿੰਨੀ ਲਗਨ ਦੇ ਨਾਲ ਤੁਸੀਂ ਤਰੱਕੀਆਂ ਕਰ ਰਹੇ ਹੋ। ਪਰ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਟਾਈਮ ਦੇ ਰਹੇ ਹਾਂ, ਕਿ ਵਾਕਈ ਅਸੀਂ ਆਪਣੇ ਆਪ ਨੂੰ ਪੇ ਕਰ ਰਹੇ ਹਾਂ, ਜਾਂ ਸਾਡਾ ਜਿਹੜਾ ਪੈਸਾ ਕਿਤੇ ਡਰੇਨ ਤਾਂ ਨਹੀਂ ਹੋ ਰਿਹਾ, ਕਿਤੇ ਇੱਧਰ ਉੱਧਰ ਤਾਂ ਨਹੀਂ ਨਿਕਲ ਰਿਹਾ। ਇਹਨਾਂ ਸਾਰੀਆਂ ਗੱਲਾਂ ਦੇ ਲਈ ਅੱਜ ਅਸੀਂ ਰਾਜਪਾਲ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਹਾਂ। ਸੋ ਬਰਾੜ ਸਾਹਿਬ, ਅਗਲਾ ਟੂਲ ਕੀ ਹੈ ਜਿਹਦੇ ਨਾਲ ਬੱਚਤ ਵੀ ਹੋ ਜਾਵੇ ਤੇ ਇਨਫਲੇਸ਼ਨ ਤੋਂ ਵੀ ਬਚਿਆ ਜਾਵੇ? ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਵੀ ਦੱਬ ਕੇ ਵਾਹ ਰੱਜ ਕੇ ਖਾ ਵਾਲੀ ਗੱਲ ਆ, ਤੇ ਇਹ ਚੀਜ਼ਾਂ ਜਦੋਂ ਅਸੀਂ ਕਮਾਉਨੇ ਆ ਜੀ, ਕਿਉਂਕਿ ਇੱਕ ਟਾਈਮ ਹੁੰਦਾ, ਤੁਹਾਡੀ ਏਜ ਆ, ਰਾਈਟ, ਤੁਹਾਡੇ ਚ ਕੈਪੇਬਿਲਿਟੀ ਆ, ਐਂਡ ਸਭ ਤੋਂ ਵੱਡਾ ਜਿਹੜਾ ਤੁਹਾਡਾ ਐਸੈਟ ਆ ਉਹ ਤੁਹਾਡੀ ਹੈਲਥ ਆ। ਜਿਵੇਂ ਤੁਸੀਂ ਕਿਹਾ, ਜਦੋਂ ਤੁਸੀਂ ਆਪਦੇ ਆਪ ਨੂੰ ਟਰੀਟ ਕਰੋਗੇ ਤਾਂ ਤੁਹਾਡੇ ਇੱਕ ਪੈਸ਼ਨ ਹੋ ਜਾਏਗਾ ਜ਼ਿੰਦਗੀ ਦਾ ਕਿ ਮੈਂ ਅੱਜ ਜੌਬ ਤੇ ਜਾ ਰਿਹਾ ਯਾਰ, ਮੇਰਾ ਮਕਸਦ ਕੀ ਆ, ਵੀ ਮੈਂ ਮਜਬੂਰੀ 'ਚ ਨਹੀਂ ਜਾ ਰਿਹਾ, ਇਹ ਮੇਰੀ ਕਿਰਤ ਆ ਤੇ ਮੈਂ ਉੱਠੂੰਗਾ। ਕਿਉਂਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਸਵੇਰੇ ਉੱਠਦੇ ਸਾਰ ਤੁਹਾਡੇ ਕੋਈ ਜਿਹੜੀ ਪੋਜ਼ਿਟਿਵ ਐਨਰਜੀ ਆਉਂਦੀ ਆ ਵੀ ਮੈਂ ਅੱਜ ਮੇਰਾ ਆਹ ਮਕਸਦ ਆ, ਮੈਂ ਇਸ ਮਕਸਦ ਦੇ ਲਈ ਜਾ ਰਿਹਾ, ਮੈਂ ਆਪਦੇ ਇੰਪਲੋਇਰ ਲਈ ਕੰਮ ਕਰ ਰਿਹਾ, ਇਹ ਮੇਰੀ ਕਿਰਤ ਆ, ਮੈਂ ਉਹ ਬੈਸਟ ਕੰਮ ਕਰਨਾ ਜਿੰਨਾ ਮੈਂ ਕਰ ਸਕਦਾ, ਤੇ ਮੈਨੂੰ ਜਿਹੜਾ ਮੈਂ ਕਿਉਂਕਿ ਉਹ ਮੈਨੂੰ ਦੇ ਰਿਹਾ ਕਮਾ ਕੇ, ਰਾਈਟ, ਵੈਲਿਊ ਦੇਵਾਂ, ਮੈਂ ਵੀ ਵਾਪਸ ਵੈਲਿਊ ਦੇਵਾਂ, ਉਹਦਾ ਫਰਜ਼ ਹੈਗਾ ਤੁਹਾਨੂੰ ਪੇ ਕਰਨ ਦਾ, ਤੁਹਾਡਾ ਫਰਜ਼ ਹੈਗਾ ਉਹਦੇ ਪ੍ਰਤੀ ਕੰਮ ਕਰਨ ਦਾ। ਤੇ ਜਿਹੜੇ ਪੈਸੇ ਜਦੋਂ ਆਉਂਦੇ ਆ,
ਜਿਵੇਂ ਮੈਂ ਦੱਸਿਆ ਵੀ ਪੇ ਯੋਰਸੈਲਫ ਫਰਸਟ, ਉਹ ਆਪਦੇ ਲਈ ਕੱਢ ਕੇ ਰੱਖੋ। ਫਿਰ ਤੁਸੀਂ ਦੇਖੋ ਵੀ ਜਿਹੜੇ ਆਪਟੀਮਮ ਪਲਾਨਸ ਨੇ, ਮੋਸਟ ਇਫੈਕਟਿਵ ਪਲਾਨ ਨੇ ਮਾਰਕੀਟ ਦੇ ਵਿੱਚ, ਜਿਹੜਾ ਕਿ ਤੁਹਾਡਾ ਪੈਸਾ ਨਾਲ ਦੀ ਨਾਲ ਤੁਹਾਡੇ ਵਾਂਗੂ ਕੰਮ ਕਰੇ। ਕੀ ਬਾਤ ਹੈ ਜੀ। ਇਹ ਅਗਰ ਨੁਕਤਾ ਨੰਬਰ 2 ਬਿਲਕੁਲ, ਤਾਂ ਉਹ ਜਿਹੜੇ ਪੈਸੇ ਆ, ਤੁਸੀਂ ਫਿਰ ਇੱਕ ਤਰ੍ਹਾਂ ਦੇ ਤੁਸੀਂ ਦੋ ਇਨਸਾਨ ਬਣ ਜਾਂਦੇ ਆ, ਪੈਰਲਲ ਤੁਹਾਡਾ, ਤੁਸੀਂ ਇੱਕ ਕੰਮ ਕਰਨ ਜਾਂਦੇ ਆ, ਤੁਹਾਡਾ ਪੈਸਾ ਤੁਹਾਡੇ ਲਈ ਕਮਾ ਕੇ। ਕਿਉਂਕਿ ਦੇਖੋ, ਜੇ ਤਾਂ ਕਰਜ਼ਾ ਤੁਸੀਂ ਲੈ ਲਿਆ ਤਾਂ ਤੁਸੀਂ ਕਿਸੇ ਨੂੰ ਅਮੀਰ ਬਣਾਉਣਾ, ਅਗਰ ਤੁਸੀਂ ਪੈਸਾ ਇਨਵੈਸਟ ਕਰਤਾ ਤੇ ਉਹ ਤੁਹਾਡੇ ਲਈ ਅਰਨਿੰਗ ਬਣ ਜਾਂਦੀ ਆ। ਇਹ ਤਾਂ ਹੀ ਪੋਸੀਬਲ ਆ ਵੀ ਪਹਿਲਾਂ ਤੁਸੀਂ ਆਪਦੇ ਲਈ ਕੱਢੋਗੇ, ਫਿਰ ਤੁਸੀਂ ਉਹਨੂੰ ਟੂਲਸ ਆ ਜਿਹੜੇ ਇਫੈਕਟਿਵ, ਉਹ ਕਿਹੜੇ ਟੂਲਸ ਨੇ, ਉਹਦੇ ਵਿੱਚ ਤੁਸੀਂ ਪੈਸਾ ਪਾਓਗੇ। ਤੀਜੀ ਚੀਜ਼ ਵੀ ਡਿਵਰਸੀਫਿਕੇਸ਼ਨ। ਇੱਕ ਗੋਰਿਆਂ ਦੀ ਕਹਾਵਤ ਆ ਜੀ ਵੀ ਡੂ ਨਾਟ ਪੁੱਟ ਆਲ ਯੋਰ ਐਗਸ ਇਨ ਵਨ ਬਾਸਕਟ। ਡਿਵਰਸੀਫਿਕੇਸ਼ਨ ਇਜ਼ ਦਾ ਕੀ, ਕਿ ਇੱਕ ਚੀਜ਼ ਪਿੱਛੇ ਨਾ ਹੋ ਜਾਓ ਵੀ ਅੱਜ ਜੇ ਲਾਈਮਲਾਈਟ ਦੇ ਵਿੱਚ ਕੋਈ ਵੀ ਚੀਜ਼ ਚੱਲਦੀ ਆ, ਸਟਾਕ ਚੱਲਦੇ ਆ, ਕੋਈ ਜੀ ਇਹਦਾ ਸਟਾਕ ਚੱਲਦਾ, ਬਿਟਕੋਇਨ ਚੱਲਦਾ, ਰੀਅਲ ਸਟੇਟ ਚੱਲਦੀ ਆ, ਕੁਝ ਵੀ ਡਿਵੀਡੈਂਡ ਚੱਲਦੇ ਆ, ਤੁਸੀਂ ਇੱਕ ਪਾਸੇ ਨਹੀਂ। ਕਿਉਂਕਿ ਜਿਹੜੇ ਦੋ ਤੁਹਾਡੀ ਐਸੈਟ ਜੀ ਤੁਸੀਂ ਬਣਾਉਨੇ ਆ, ਟੈਂਜੀਬਲ ਐਸੈਟ, ਇੱਕ ਲਿਕੁਇਡ ਹੁੰਦਾ, ਇੱਕ ਨਾਨ ਲਿਕੁਇਡ ਹੁੰਦਾ। ਅਗਰ ਤੁਹਾਨੂੰ ਇਹਨਾਂ ਇਨਫਲੇਸ਼ਨ ਦਾ ਕੋਈ ਨੈਚੁਰਲ ਕਲਾਮਿਟੀਜ਼ ਹੋ ਗਈ, ਅਨਪ੍ਰੈਸੀਡੈਂਟਡ ਟਾਈਮ ਹੋ ਗਿਆ, ਜੇ ਤੁਹਾਡੇ ਕੋਲੇ ਲਿਕੁਇਡ ਪੈਸਾ ਨਹੀਂ ਤਾਂ ਤੁਸੀਂ ਆਪਦੀ ਗੇਮ ਤੋਂ ਬਹੁਤ ਪਿੱਛੇ ਹਟ ਸਕਦੇ ਆ। ਕਿਉਂਕਿ ਉਸ ਵੇਲੇ ਕਹਾਵਤ ਇਹ ਹੈਗੀ ਆ ਵੀ ਬੈਂਕਸ ਇਜ਼ ਨਾਟ ਦੇਅਰ ਫॉर ਦ ਰੇਨੀ ਡੇ। ਤਾਂ ਹਮੇਸ਼ਾ ਯਾਦ ਰੱਖੋ, ਜਦੋਂ ਤੁਹਾਡਾ ਕ੍ਰੈਡਿਟ ਗੁੱਡ ਹੈਗਾ, ਸਾਰਾ ਕੁਝ ਗੇਮ ਚੱਲਦੀ ਆ, ਤਾਂ ਤੁਹਾਨੂੰ ਪੈਸਾ ਵੀ ਜਿਹੜਾ ਤੁਹਾਡਾ ਡੈਟਰ ਆ ਦੇਣ ਨੂੰ ਤਿਆਰ ਹੈਗਾ। ਪਰ ਅਗਰ ਤੁਹਾਡੀ ਸਿਚੁਏਸ਼ਨ ਉਸ ਵੇਲੇ ਠੀਕ ਨਹੀਂ ਤਾਂ ਕਿਸੇ ਨੇ ਤੁਹਾਨੂੰ ਪੈਸਾ ਨਹੀਂ ਦੇਣਾ। ਉਹ ਤੁਹਾਡਾ ਪੈਸਾ ਜਿਹੜਾ ਆਪਦਾ ਸਾਈਡ 10% ਕੱਢਿਆ ਹੋਇਆ, ਇਨਵੈਸਟ ਕੀਤਾ ਹੋਇਆ ਤੇ ਲਿਕੁਇਡ ਹੈ। ਲਿਕੁਇਡ ਮੀਨਸ ਕਿ ਜਦੋਂ ਤੁਸੀਂ ਜਿਵੇਂ ਬੈਂਕ ਅਕਾਊਂਟ ਹੈਗਾ, ਕੈਸ਼ ਪਿਆ, ਤੁਸੀਂ ਕਢਵਾ ਲਿਆ। ਕੋਈ ਵੀ ਤੁਹਾਡੇ ਪੈਸੇ ਜਿਹੜੇ ਲਿਕੁਇਡ ਪਏ ਨੇ, ਜਦੋਂ ਮਰਜ਼ੀ ਤੁਸੀਂ ਉਹਨੂੰ ਐਕਸੈਸ ਕਰ ਸਕਦੇ ਹੋ। ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਉਸ ਤੋਂ ਬਾਅਦ ਤੁਹਾਡੇ ਟੂਲ ਕਿਹੜੇ ਨੇ, ਉਹ ਵੀ ਆਪਾਂ ਅੱਗੇ ਜ਼ਿਕਰ ਕਰ ਦਿੰਦੇ ਹਾਂ। ਇਸ ਤੋਂ ਪਹਿਲਾਂ ਕਿ ਜਿਹੜੀਆਂ ਤੁਸੀਂ ਹੁਣੇ ਦੋ ਬੜੇ ਵਧੀਆ ਨੁਕਤੇ ਦੱਸੇ ਨੇ, ਮੈਂ ਇਹਨਾਂ ਨੂੰ ਥੋੜਾ ਜਿਹਾ ਇੰਟਰਪ੍ਰੀਟ ਵੀ ਕਰਦੇ ਆ ਕਿ ਕਈ ਵਾਰੀ ਨਾ ਜਦੋਂ ਆਪਾਂ ਨੂੰ ਕੋਈ ਗੱਲ, ਤੁਹਾਨੂੰ ਮੰਨ ਲਓ ਕੋਈ ਚੀਜ਼ ਨਹੀਂ ਸਮਝ ਲੱਗੀ, ਜਿਵੇਂ ਡੈਟਰ ਦੀ ਗੱਲ ਕੀਤੀ, ਜਿਹੜਾ ਟਰਮੀਨੋਲੋਜੀ ਹੈ ਨਾ ਜੀ, ਹਾਂ ਟਰਮੀਨੋਲੋਜੀ, ਤਾਂ ਉਹਦੇ ਲਈ ਤੁਸੀਂ ਬਿਲਕੁਲ ਤੁਹਾਡੇ ਲਈ ਬੜਾ ਸੌਖਾ ਜਿਹਾ ਨੰਬਰ ਜਿਹੜਾ ਹੈ ਜੀ ਬਰਾੜ ਸਾਹਿਬ ਦਾ ਹੈਗਾ, ਸਕਰੀਨ ਦੇ ਉੱਤੇ ਅਸੀਂ ਬਾਰ-ਬਾਰ ਦਿਖਾਉਂਦੇ ਆ, 416 917 14 56। ਉਹ ਦੇਖ ਲਓ ਸਾਹਮਣੇ ਆ ਵੀ ਗਿਆ ਜੀ, 416 917 14 56। ਸੋ ਇਹਨਾਂ ਦੇ ਨਾਲ ਸੰਪਰਕ ਕਰਕੇ 1-to-1 ਤੁਸੀਂ ਐਕਸਕਲੂਸਿਵਲੀ ਇਹਨਾਂ ਦੇ ਨਾਲ ਮੀਟਿੰਗ ਕਰਕੇ ਆਪਣਾ ਇੰਤਜ਼ਾਮ ਜਿਹੜਾ ਹੈ ਜੀ, ਮੀਟਿੰਗ ਕਰਕੇ ਉਸ ਤੋਂ ਬਾਅਦ ਸਕੈਜੂਲ ਕਰਕੇ ਤੁਸੀਂ ਗੱਲ ਪੁੱਛ ਵੀ ਸਕਦੇ ਹੋ, ਜਾਣਕਾਰੀ ਹੋਰ ਵੀ ਲੈ ਸਕਦੇ ਹੋ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਇੱਕ ਕੱਲਾ 2-11 ਜੀ ਹੈ ਨਾ ਜੀ, ਤੁਸੀਂ ਇੱਕ ਐਕਸ ਅਮਾਊਂਟ ਸਾਲ ਦਾ ਬਣਾ ਰਹੇ ਹੋ, ਲੱਖ 2 ਲੱਖ ਜਿੰਨਾ ਵੀ ਹੈ ਨਾ ਜੀ, ਤੇ ਉਹਦੇ ਚੋਂ 10% ਕੱਢ ਕੇ ਓਵਰ ਦਾ ਪੀਰੀਅਡ ਆਫ ਲੈਟਸ ਸੇ 2 ਈਅਰ ਜਾਂ 3 ਈਅਰ ਤੁਸੀਂ ਇੱਕ ਇਨਵੈਸਟਮੈਂਟ ਚਲਾ ਲਈ ਨਾਲ, ਚਾਹੇ ਉਹ ਰੀਅਲ ਸਟੇਟ 'ਚ ਜਾਂ ਕਿਤੇ ਵੀ ਹੈ, ਜਿੱਥੋਂ ਤੁਹਾਨੂੰ ਇੱਕ ਇਨਕਮ ਜਿਹੜੀ ਹੈ ਤੁਹਾਡੀ ਉਹ ਸਟ੍ਰੀਮ ਲਾਈਨ ਹੋ ਗਈ, ਸ਼ੁਰੂ ਹੋ ਗਈ ਜੀ। ਤੋ ਕਹਿਣ ਦਾ ਮਤਲਬ ਇੱਕ ਪਹਿਲਾਂ ਇਕੱਲੇ ਸੀ, ਇੱਕ ਫਿਰ ਤੁਸੀਂ ਆਪਣੀ ਸੱਜੀ ਬਾਂਹ ਬਣਾ ਲਈ, ਫਿਰ ਇਦਾਂ ਹੀ 2-4 ਸਾਲਾਂ ਨੂੰ ਜਾਂ ਕੁਝ ਸਮੇਂ ਬਾਅਦ ਤੁਸੀਂ ਇੱਕ ਹੋਰ ਬਣਾ ਲਈ। ਔਰ ਇੱਕ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਜੀ, ਉਹ ਕਹਿੰਦੇ ਨੇ ਵੈਸੇ ਪੰਜਾਬੀ 'ਚ ਵੀ, ਹੁਣ ਚੜ੍ਹਦੇ ਸੂਰਜ ਨੂੰ ਸਲਾਮਾ, ਡੁੱਬਦੇ ਨੂੰ ਕੌਣ ਪੁੱਛਦਾ। ਤੋ ਚੜ੍ਹਦਾ ਸੂਰਜ ਜੀ, ਤਰੱਕੀ ਵਾਲਾ ਸੂਰਜ ਇਹਨਾਂ ਮੁਲਕਾਂ ਦੇ ਵਿੱਚ, ਤੁਸੀਂ ਇਸ ਗੱਲ ਨਾਲ ਮੇਰੇ ਨਾਲ ਬਿਲਕੁਲ ਇਤਫਾਕ ਰੱਖੋਗੇ ਕਿ ਜਿਸ ਬੰਦੇ ਦਾ ਕ੍ਰੈਡਿਟ ਠੀਕ ਹੈ, ਤਾਂ ਅਕਸਰ ਮੈਂ ਕਹਿਣਾ ਹੁੰਦਾ ਕਿ ਕ੍ਰੈਡਿਟ ਇਜ਼ ਯੋਰ ਕੈਰੈਕਟਰ। ਜਿਸ ਬੰਦੇ ਦਾ ਕ੍ਰੈਡਿਟ ਠੀਕ ਹੈ, ਉਸਨੂੰ ਹਰ ਇੱਕ ਬੰਦਾ ਖੁਦ ਆਪ ਤੁਹਾਡੇ ਘਰੇ ਚਿੱਠੀਆਂ ਆਉਂਦੀਆਂ ਹੋਣਗੀਆਂ ਕਿ ਆਹ ਲਓ ਜੀ 20,000 50,000 40,000 ਦੀ ਲਾਈਨ ਆਫ ਕ੍ਰੈਡਿਟ ਜਾਂ ਕ੍ਰੈਡਿਟ ਕਾਰਡ। ਸੋ ਇਸੇ ਤਰ੍ਹਾਂ ਜਿਹੜਾ ਤੁਸੀਂ ਇਨਵੈਸਟਮੈਂਟ, ਜੇ ਮੰਨ ਲਓ ਤੁਸੀਂ ਕੋਈ ਚੀਜ਼ ਲੈਣੀ ਹੈ, 20% ਤੁਸੀਂ ਪਾਇਆ ਤੇ ਬਾਕੀ ਜਿਹੜਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਦਿੱਤਾ, ਤੇ ਤੁਹਾਨੂੰ ਇੱਕ ਫਲੋ, ਜਿਹੜਾ ਕੈਸ਼ ਫਲੋ ਜਾਂ ਇੱਕ ਇਨਕਮ ਪ੍ਰੋਡਿਊਸਿੰਗ ਜਾਂ ਇਕੁਇਟੀ ਬਿਲਡਿੰਗ ਵਾਲੀ ਕੋਈ ਚੀਜ਼ਾਂ ਨੇ, ਉਹ ਹੋ ਜਾਂਦੀਆਂ ਨੇ। ਸੋ ਇਹ ਜਿਹੜੇ ਨੁਕਤੇ ਨੇ ਜੀ ਬਰਾੜ ਸਾਹਿਬ, ਤੁਸੀਂ, ਮੈਂ ਕਹਿੰਦਾ ਸਾਡੇ ਦਰਸ਼ਕ ਇਸ ਗੱਲੋਂ ਤੁਹਾਡੇ ਬਹੁਤ ਰਿਣੀ ਹੋਣਗੇ ਕਿ ਤੁਸੀਂ ਇੰਨੀ ਵਧੀਆ ਗੱਲਬਾਤ ਉਹਨਾਂ ਨੂੰ ਦੱਸ ਰਹੇ ਹੋ। ਸੋ ਟੂਲਸ ਬਹੁਤ ਸਾਰੇ ਨੇ, ਔਰ ਉਹਨਾਂ ਸਾਰੇ ਟੂਲਸ ਨੂੰ ਅਸੀਂ ਇੰਨੇ ਛੋਟੇ ਜਿਹੇ ਪ੍ਰੋਗਰਾਮ 'ਚ ਕਈ ਵਾਰੀ ਨਹੀਂ ਸ਼ਾਮਿਲ ਅਸੀਂ ਕਰ ਪਾਵਾਂਗੇ, ਪਰ ਫਿਰ ਵੀ ਅਸੀਂ ਟੱਚ ਬੇਸ ਅਸੀਂ ਜ਼ਰੂਰ ਕਰ ਰਹੇ ਹਾਂ ਜੀ। ਅਗਲੀ ਕਿਹੜੀ ਗੱਲ ਹੈ ਜੀ? ਬਿਲਕੁਲ ਨਾਗਰਾ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਪੋਜ਼ਿਟਿਵ ਕੈਸ਼ ਫਲੋ ਹੋਣਾ ਲਾਜ਼ਮੀ ਹੈ। ਉਹਦੇ ਵਿੱਚ ਤੁਸੀਂ, ਜਿਵੇਂ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕੰਮ ਕਰਦੇ ਹਾਂ, ਉਹਦੇ ਵਿੱਚ ਚਾਹੇ ਤੁਹਾਡਾ TFSA ਹੋ ਗਿਆ, ਟੈਕਸ ਫ੍ਰੀ ਸੇਵਿੰਗ ਅਕਾਊਂਟ ਹੋ ਗਿਆ, ਚਾਹੇ ਤੁਹਾਡੀ RRSP ਹੋ ਗਈ, ਬਲਕਿ ਹੁਣ ਜਦੋਂ ਤੁਸੀਂ ਆਪਦੇ ਟੈਕਸ ਫਾਈਲ ਕਰਦੇ ਆ, RSP ਨਾਲ ਤੁਸੀਂ ਆਪਦੀ ਰਿਟਾਇਰਮੈਂਟ ਵਾਸਤੇ ਵੀ ਸੇਵ ਕਰ ਰਹੇ ਆ, ਪਲੱਸ ਤੁਸੀਂ ਟੈਕਸ ਦੀ ਵੀ ਸੇਵਿੰਗ ਕਰ ਰਹੇ ਹੋ।
ਉਹਦੇ ਨਾਲ ਬੱਚਿਆਂ ਦੇ ਐਜੂਕੇਸ਼ਨ ਦੇ ਲਈ RESP ਇੱਕ ਬਹੁਤ ਵੱਡਾ ਟੂਲ ਹੈ ਜੀ, ਕਿਉਂਕਿ ਗਵਰਨਮੈਂਟ ਜਦੋਂ ਤੁਹਾਨੂੰ ਚਾਈਲਡ ਟੈਕਸ ਬੈਨੀਫਿਟ ਦਿੰਦੀ ਆ, ਦੈਟਸ ਫ੍ਰੀ। ਤੁਸੀਂ ਡਾਈਪਰ ਤੇ ਦੁੱਧ ਤਾਂ ਫਿਰ ਵੀ ਆਪਦੇ ਬੱਚੇ ਨੂੰ ਦੇਣਾ। ਅਗਰ ਤੁਸੀਂ ਉਹਨੂੰ ਇਨਵੈਸਟ ਕਰ ਦਿੰਦੇ ਆ, ਉਹਦੀ ਪੋਟੈਂਸ਼ੀਅਲਿਟੀ ਵੱਧ ਜਾਂਦੀ ਹੈ। ਅੱਜ ਦੇ ਜਿਹੜੇ $200-400 ਆ, ਉਹ 18 ਸਾਲਾਂ ਦੇ ਵਿੱਚ ਤੁਸੀਂ 80-90 ਹਜ਼ਾਰ ਡਾਲਰ ਉਹਨਾਂ ਦੀ ਐਜੂਕੇਸ਼ਨ ਵਾਸਤੇ ਸੇਵ ਕਰ ਦਿੰਦੇ ਆ। ਬਿਲਕੁਲ। ਫਿਰ ਤੁਹਾਡਾ ਜਿਹੜਾ ਹੈਗਾ ਤੁਹਾਡੀ ਲਾਈਫ ਇੰਸ਼ੋਰੈਂਸ ਆ ਜੀ, ਕਿਉਂਕਿ ਪ੍ਰੋਟੈਕਸ਼ਨ ਵੀ ਲਾਜ਼ਮੀ ਹੈ, ਕਿਉਂਕਿ ਜਿਵੇਂ ਅਸੀਂ ਜਦੋਂ ਦੇ ਆਏ ਆ, ਉਹ ਚਾਹੇ ਸਾਡੀ ਨੈਟਵਰਥ ਹੈਗੀ ਆ ਵੀ ਵੱਧ ਤੋਂ ਵੱਧ ਜਿਹੜੀਆਂ ਪ੍ਰੋਪਰਟੀਜ਼ ਆ, ਤੁਸੀਂ ਤੁਹਾਡੇ ਐਸੈਟਸ ਮਾਈਨਸ ਲਾਇਬਿਲਿਟੀ ਨੈਟਵਰਥ ਵੱਧ ਰਹੀ ਆ, ਪਰ ਉਹਦੇ ਨਾਲ ਸਾਡੀ ਜਿਹੜੀ ਲਾਇਬਿਲਿਟੀ ਆ, ਲੋਨ ਆ, ਲਾਈਨ ਆਫ ਕ੍ਰੈਡਿਟਸ ਵੀ ਵੱਧ ਰਹੀਆਂ। ਤਾਂ ਮੇਕ ਸ਼ੋਰ ਕਰੋ ਕਿ ਉਹਦੀ ਪ੍ਰੋਟੈਕਸ਼ਨ ਵੀ ਲਾਜ਼ਮੀ ਹੋਵੇ। ਬਹੁਤ ਅੱਛੀ ਗੱਲ। ਤੇ ਇਹ ਜਿਹੜੇ ਟੂਲਸ ਨੇ, ਇਹਨਾਂ ਦੇ ਥਰੂ ਤੁਸੀਂ ਸੇਵ ਕਰ ਸਕਦੇ ਆ। ਜਦੋਂ ਤੁਸੀਂ ਵਿਦਡਰਾਅ ਕਰਨਾ ਤਾਂ ਮੇਕ ਸ਼ੋਰ ਕਰੋ, ਮੈਂ ਇੱਕ ਐਗਜ਼ਾਮਪਲ ਦਿੰਦਾ ਜੀ, ਅਗਰ ਤੁਹਾਡੇ RRSP ਦੇ ਵਿੱਚ ਪੈਸੇ ਪਏ ਨੇ, ਤੁਹਾਨੂੰ ਐਮਰਜੈਂਸੀ ਪੈਂਦੀ ਆ, ਉਹਦੇ ਬਜਾਏ ਅਗਰ ਤੁਹਾਡੀ ਲਾਈਨ ਆਫ ਕ੍ਰੈਡਿਟ ਨਾਲ ਹੈਗੀ ਆ, ਤੇ ਖਾਸ ਕਰਕੇ ਆਪਦੀ ਲਾਈਨ ਆਫ ਕ੍ਰੈਡਿਟ ਵੀ ਬਣਾ ਕੇ ਰੱਖੋ, ਕਿਉਂਕਿ ਇਹਨਾਂ ਟਾਈਮ ਦੇ ਵਿੱਚ ਤੁਹਾਡੀ ਲਾਈਨ ਆਫ ਕ੍ਰੈਡਿਟ ਤੁਹਾਡਾ ਸਾਥ ਦੇਵੇਗੀ। ਕਿਉਂਕਿ ਅਗਰ ਤੁਸੀਂ ਆਪਦੀ RRSP ਦੇ ਵਿੱਚੋਂ ਪੈਸਾ ਕਢਾਓਗੇ, ਤੁਸੀਂ ਆਲਰੇਡੀ ਪੈਸਾ ਅਰਨ ਕਰ ਰਹੇ ਹੋ, ਤਾਂ ਤਕਰੀਬਨ 30-40% ਉਹਦੇ ਤੇ ਪੇ ਕਰੋਗੇ। ਉਦੋਂ ਬੈਟਰ ਹੈਗਾ ਵੀ ਟੈਂਪਰੇਰੀ ਅਗਰ ਤੁਹਾਨੂੰ ਪੈਸਾ ਚਾਹੀਦਾ, ਤਾਂ ਜੇ 10% ਤੇ ਵੀ ਤੁਸੀਂ ਉਹਨੂੰ ਪੈਸਾ ਚੱਕੋਗੇ, ਯੂ ਆਰ ਵੈਲ ਆਫ। ਪਲੱਸ ਉਹ ਅਗਰ ਤੁਸੀਂ ਇਨਵੈਸਟਮੈਂਟਸ ਲਾਉਣੇ, ਉਹਨੂੰ ਰਾਈਟ ਆਫ ਵੀ ਹੋ ਜਾਏਗਾ। ਤਾਂ ਮੇਕ ਸ਼ੋਰ ਕਰੋ ਕਿ ਜਦੋਂ ਵੀ ਤੁਸੀਂ ਕੋਈ ਸਟੈਪ ਲੈਣਾ, ਤੁਸੀਂ ਆਪਦੇ ਐਕਸਪਰਟ ਦੇ ਨਾਲ, ਤੁਹਾਡਾ ਆਪਦਾ ਕੋਈ ਐਡਵਾਈਜ਼ਰ ਆ, ਉਹਦੇ ਨਾਲ ਡੀਲ ਕਰਦੇ ਹੋ, ਉਹਨੂੰ ਸਲਾਹ ਮਸ਼ਵਰਾ ਕਰ ਲਓ, ਕਿਉਂਕਿ ਅਗਰ ਬਹੁਤ ਦੇਰ ਹੋ ਜਾਂਦੀ ਹੈ, ਕਿਉਂਕਿ ਅਗਰ ਤੁਸੀਂ ਉਹ ਸਟੈਪ ਲੈ ਲਿਆ, ਫਿਰ ਰਿਵਰਸ ਹੋਣਾ ਮੁਸ਼ਕਿਲ ਹੋ ਜਾਂਦਾ, ਤੇ ਹੋ ਸਕਦਾ ਵੀ ਤੁਸੀਂ ਹੋਰ ਵੀ ਕਿਸੇ ਮਤਲਬ ਮੁਸੀਬਤ ਦੇ ਵਿੱਚ ਫਸ ਜਾਵੋ। ਬਿਲਕੁਲ ਜੀ। ਇਸ ਤੋਂ ਪਹਿਲਾਂ ਕਿ ਸਾਡੇ ਦਰਸ਼ਕ ਜਿਹੜੇ ਹਨ ਜੀ, ਉਹ ਤੁਹਾਨੂੰ ਅਸੀਂ ਕੋਈ ਹੋਰ ਡਰਾਉਣ ਵਾਲਾ ਸਾਡਾ ਕੋਈ ਮਕਸਦ ਨਹੀਂ, ਪਰ ਹਾਂ ਚੁਕੰਨੇ ਕਰਨਾ, ਵਾਰਨ ਕਰਨਾ ਸਾਡਾ ਬਿਲਕੁਲ ਇਹ ਪ੍ਰੋਗਰਾਮ ਦੇ ਜ਼ਰੀਏ ਮਕਸਦ ਹੁੰਦਾ ਹੈ, ਔਰ ਤਾਂ ਕਿ ਤੁਹਾਡੇ ਤੱਕ ਇੱਕ ਸਹੀ ਜਾਣਕਾਰੀ ਪਹੁੰਚ ਸਕੇ। ਸੋ ਬਰਾੜ ਸਾਹਿਬ ਦਾ ਨੰਬਰ ਤੁਸੀਂ ਨੋਟ ਕਰ ਲਵੋ, ਔਰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਉਹ ਸਮਾਪਤੀ ਵੱਲ ਹੈ ਤਕਰੀਬਨ। ਔਰ ਮੈਂ ਬਰਾੜ ਸਾਹਿਬ ਜਿੱਥੇ ਤੁਹਾਡਾ ਧੰਨਵਾਦੀ ਹਾਂ, ਉੱਥੇ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਮਿਹਨਤ ਨਾਲ ਹੱਡ ਭੰਨਵੀਂ ਜਿਹੜੀ ਮਿਹਨਤ ਕਰਕੇ ਤੁਸੀਂ ਪੈਸਾ ਜਿਹੜਾ ਕਮਾਇਆ ਹੁੰਦਾ ਹੈ, ਆਪਾਂ ਸਾਰੇ ਪੈਸਾ ਕਮਾਉਣ ਆਏ ਹੋਏ ਆ ਇਹਨਾਂ ਮੁਲਕਾਂ ਦੇ ਵਿੱਚ ਜਾਂ ਇਸ ਧਰਤੀ ਦੇ ਉੱਤੇ, ਹਰ ਇੱਕ ਜਗ੍ਹਾ ਬੰਦਾ ਪੈਸਾ ਕਮਾ ਰਿਹਾ, ਆਪਣੇ ਘਰ ਪਰਿਵਾਰ ਬੱਚਿਆਂ ਨੂੰ ਪਾਲ ਰਿਹਾ। ਉਹਦੇ ਵਿੱਚ ਆਪਣੇ ਆਪ ਨੂੰ ਇੱਕ ਨਾ ਐਕਸਲਰੇਟ ਕਰਨਾ, ਆਪਣੇ ਆਪ ਨੂੰ ਆਪਣੀ ਜੀਵਨ ਨੂੰ ਸੁਖਾਲਾ ਕਰਨਾ, ਵਧੀਆ ਕਰਨਾ, ਉਹ ਸਿਰਫ ਛੋਟੀਆਂ ਜਿਵੇਂ ਕਹਿ ਲਓ ਮੋੜ ਨੇ, ਟ੍ਰਿਕਸ ਨੇ, ਉਹਨਾਂ ਦੇ ਤੋਂ ਜੇਕਰ ਤੁਸੀਂ ਸੁਖਾਲੇ ਮੁੜਨਾ ਨਿਕਲਣਾ ਹੈ, ਤਾਂ ਉਹ ਜਿਹੜੇ ਨੁਕਤੇ ਨੇ ਜੀ, ਉਹ ਜਿਹੜੇ ਉਸ ਖੇਤਰ ਦੇ ਮਾਹਿਰ ਹੁੰਦੇ ਨੇ, ਉਹਨਾਂ ਦੇ ਕੋਲੋਂ ਹੀ ਆਪਾਂ ਲੈ ਸਕਦੇ ਹਾਂ। ਹਰ ਤਰ੍ਹਾਂ ਦੀ ਜਿਹੜੀ ਪ੍ਰੋਟੈਕਸ਼ਨ ਦੀ ਤੁਸੀਂ ਗੱਲ ਕੀਤੀ, ਆਈ ਰੀਅਲੀ ਐਪਰੀਸ਼ੀਏਟ ਦੈਟ, ਕਿ ਅਸੀਂ ਸਾਡੇ ਕੋਲ 5-5 10-10 ਮਿਲੀਅਨ ਡਾਲਰ ਦੀਆਂ ਸਾਡੇ ਕੋਲ, ਅਸੀਂ ਚਾਹੇ ਪ੍ਰੋਪਰਟੀਜ਼ ਲਾ ਲਈਏ ਜਾਂ ਸਾਡੀਆਂ ਜਿਹੜੀਆਂ ਐਸੈਟਸ ਸਾਡੇ ਕੋਲ ਹੁੰਦੀਆਂ ਨੇ, ਲਾਇਬਿਲਿਟੀਜ਼ ਕੱਢ ਕੇ ਜੇ 2-4 ਮਿਲੀਅਨ ਡਾਲਰ ਦੀ ਸਾਡੇ ਕੋਲ ਲੈਟਸ ਸੇ ਨੈਟਵਰਥ ਵੀ ਹੈਗੀ ਹੈ, ਕੀ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕੀਤਾ ਹੋਇਆ, ਆਪਣੀ ਲਾਇਬਿਲਿਟੀਜ਼ ਜਾਂ ਜਿਹੜੀਆਂ ਸਾਰੀਆਂ ਚੀਜ਼ਾਂ, ਕਿ ਕੀ ਤੁਹਾਨੂੰ ਇਹ ਪਤਾ ਹੈ ਕਿ ਜੇਕਰ ਖੁਦਾ ਨਾ ਖਾਸਤਾ ਕੋਈ ਐਸੀ ਗੱਲ ਹੋ ਜਾਂਦੀ ਤਾਂ ਕਿਵੇਂ ਪ੍ਰੋਟੈਕਟ ਕੀਤਾ। ਇਹ ਜਿਹੜੀ ਗੱਲਬਾਤ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਕੀਤੀ ਹੈ ਪ੍ਰੋਟੈਕਸ਼ਨ ਦੇ ਬਾਰੇ। ਇਹਦੇ ਲਈ ਆਪਣੀ ਤੁਹਾਡੇ ਲਈ, ਕਿਉਂਕਿ ਕਸਟਮਾਈਜ਼ ਮੇਰੇ ਖਿਆਲ ਤੁਸੀਂ ਸਰਵਿਸਿਜ਼ ਦਿੰਦੇ ਹੋ, ਤੁਹਾਡੀ ਨੀਡ ਨੂੰ ਸਮਝਦੇ ਹੋਏ, ਤਾਂ ਜ਼ਰੂਰ ਤੁਸੀਂ ਬਰਾੜ ਸਾਹਿਬ ਨਾਲ ਸੰਪਰਕ ਕਰੋ। ਬਰਾੜ ਸਾਹਿਬ ਆਪਣਾ ਨੰਬਰ ਵੀ ਦੱਸ ਦਿਓ। ਹਾਂਜੀ ਬਿਲਕੁਲ, ਪਿਛਲੇ 23 ਸਾਲ ਤੋਂ ਇੱਕੋ ਹੀ ਨੰਬਰ ਹੈ ਜੀ ਆਪਣਾ, 416 917 1456। ਬਿਲਕੁਲ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਲੈਣੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।